ਪਹਿਲਾਂ ਜਦੋਂ ਸਕਾਲਰਸ਼ਿਪ ਐਸਸੀ ਬੱਚਿਆਂ ਨੂੰ ਮਿਲਦੀ ਸੀ ਤਾਂ ਉਹਨਾਂ ਦੀ ਫੀਸ ਸਿਰਫ 500 ਰੁਪਏ ਲੱਗਦੀ ਸੀ, ਲੇਕਿਨ ਸੰਗੀਤਾ ਹਾਂਡਾ ਮੈਡਮ ਦੇ ਆਉਣ ਤੋਂ ਬਾਅਦ ਫੀਸ ਉਹ ਵਧਾ ਦਿੱਤੀ ਗਈ। ਹਾਇਰ ਐਜੂਕੇਸ਼ਨ ਸੁਸਾਇਟੀ ਦਾ ਪੀਟੀਏ ਦੇ ਨਾਲ ਕੋਈ ਲਾਗਾ ਤੇਗਾ ਨਹੀਂ ਹੈਗਾ, ਕਿਉਂਕਿ ਹਾਇਰ ਐਜੂਕੇਸ਼ਨ ਦੇ ਸਾਰੇ ਟੀਚਰਸ ਤੇ ਜਿੰਨੇ ਵੀ ਇੰਪਲੋਈ ਨੇ ਉਹਨਾਂ ਨੇ ਹਾਇਰ ਐਜੂਕੇਸ਼ਨ 'ਚੋਂ ਹੀ ਰੱਖਣੇ ਨੇ। ਫਿਰ ਵੀ ਹਾਇਰ ਐਜੂਕੇਸ਼ਨ ਦੇ ਸਟੂਡੈਂਟਸ ਤੋਂ ਵੀ ਪਿਛਲੇ ਸਮੇਂ ਦੌਰਾਨ ਇਹ 1500 ਰੁਪਏ ਵਸੂਲੇ ਗਏ ਜੀ, ਜੋ ਕਿ ਬਿਲਕੁਲ ਨਹੀਂ ਬਣਦੇ ਸੀਗੇ। ਧਮਕੀਆਂ ਆਉਣ ਲੱਗੀਆਂ ਵੀ ਤੁਸੀਂ ਆਪਣੇ ਭਵਿੱਖ ਦਾ ਸੋਚੋ, ਤੁਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ, ਮਤਲਬ ਇਸ ਤਰ੍ਹਾਂ ਦੀਆਂ। ਸੱਚ ਨਾ ਬੋਲੋ, ਮੁੱਕਦੀ ਗੱਲ ਹੈ, ਸੱਚ ਨਾ ਬੋਲੋ ਤੁਸੀਂ। ਬਿਲਕੁਲ। ਤੇ ਮਹਿੰਦਰਾ ਕਾਲਜ ਦਾ ਇਹ ਇਤਿਹਾਸ ਰਿਹਾ ਕਿ ਇਹ ਰੂਰਲ ਏਰੀਆ ਦੇ ਬੱਚਿਆਂ ਨੂੰ ਜ਼ਿਆਦਾ ਐਬਜ਼ੌਰਬ ਕਰਦਾ ਤੇ ਰਿਜ਼ਰਵ ਕੈਟਾਗਰੀ ਦੇ ਬੱਚਿਆਂ ਨੂੰ ਜ਼ਿਆਦਾ ਐਬਜ਼ੌਰਬ ਕਰਦਾ, ਕਿਉਂਕਿ ਇੱਥੇ ਇੱਕ ਇਕਨੋਮਿਕਲ ਇਨਵਾਇਰਨਮੈਂਟ ਹੈਗਾ ਸੀਗਾ ਜੀ। ਬਟ ਹੁਣ ਜਦੋਂ ਇੱਦਾਂ ਦੀਆਂ ਸਿਚੁਏਸ਼ਨਸ ਪੈਦਾ ਹੋ ਜਾਣ ਤਾਂ ਫਿਰ ਕਿਸੇ ਨਾ ਕਿਸੇ ਨੂੰ ਤਾਂ ਝੰਡਾ ਚੱਕਣਾ ਪਏਗਾ ਹੀ। ਉਹਨਾਂ ਉੱਤੇ ਇੱਕੋ ਦਮ 500 ਤੋਂ ਬਾਅਦ 3500 ਰੁਪਇਆ ਪਾਉਣਾ ਤੇ ਉਹਨਾਂ ਨੂੰ ਪੇਪਰ ਤੋਂ ਕੁਝ ਦਿਨ ਪਹਿਲਾਂ ਦੱਸਣਾ ਵੀ ਤੁਸੀਂ 3500 ਰੁਪਇਆ ਭਰੋ, ਤਾਂ ਉੱਥੇ ਫਿਰ ਇਹ ਇੱਕ ਸਵਾਲ ਖੜੇ ਹੁੰਦੇ ਨੇ। ਅੱਜ ਗੱਲ ਕਰਾਂਗੇ ਪੰਜਾਬ ਦੇ ਸਭ ਤੋਂ ਪੁਰਾਣੇ ਸਰਕਾਰੀ ਕਾਲਜ ਦੀ, ਜਿੱਥੋਂ ਕਈ ਵਿਦਿਆਰਥੀ ਨਿਕਲੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਵੱਡੇ ਅਹੁਦੇ ਵੀ ਲਏ। ਕੋਈ IAS, ਕੋਈ ਵਾਈਸ ਚਾਂਸਲਰ ਵੀ ਬਣਿਆ, ਪਰ ਅੱਜ ਉਸੇ ਸਰਕਾਰੀ ਕਾਲਜ ਦੇ ਵਿੱਚੋਂ ਘੁਟਾਲੇ ਨਿਕਲ ਰਹੇ ਨੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਪਟਿਆਲੇ ਦੇ ਸਰਕਾਰੀ ਮਹਿੰਦਰਾ ਕਾਲਜ ਦੇ 3 ਪ੍ਰੋਫੈਸਰ ਸਾਹਿਬਾਨ। ਸਭ ਤੋਂ ਪਹਿਲਾਂ ਤਾਰੁਫ ਕਰਵਾਵਾਂਗੇ ਤੁਹਾਡਾ, ਫਿਰ ਅੱਗੇ ਮਾਮਲਾ ਵੀ ਪੁੱਛਾਂਗੇ। ਭਾਈ ਸਵਾਗਤ ਹੈ, ਤੇ ਤੁਹਾਡਾ ਨਾਮ ਕੀ ਹੈ ਇਹ ਦੱਸੋ ਪਹਿਲਾਂ। ਜਸ਼ਨਦੀਪ ਜੋਸ਼ੀ ਜੀ। ਅਮਰਿੰਦਰ ਸਿੰਘ ਟਿਵਾਣਾ ਜੀ। ਮਨਦੀਪ ਸਿੰਘ। ਜੋਸ਼ੀ ਸਾਹਿਬ, ਤੁਹਾਡੇ ਕੋਲੋਂ ਸ਼ੁਰੂਆਤ ਕਰਦੇ ਹਾਂ। ਆਖਰ ਮਾਮਲਾ ਕੀ ਹੈ? ਤੁਸੀਂ ਕਿਹਾ ਵੀ ਉਸ ਕਾਲਜ ਜਿੱਥੋਂ ਕਿ ਇੰਨੇ ਸਾਰੇ ਮਤਲਬ ਵਿਦਿਆਰਥੀ ਨਿਕਲੇ ਨੇ ਜਿਨ੍ਹਾਂ ਨੇ ਇੱਕ ਕੋਈ IAS ਬਣਿਆ, ਕੋਈ ਵਾਈਸ ਚਾਂਸਲਰ ਬਣਿਆ ਹੈ, ਉੱਥੇ ਘੁਟਾਲੇ ਹੁਣ ਨਿਕਲ ਰਹੇ ਨੇ। ਸਰ, ਅਸੀਂ ਕੰਪਲੇਂਟਸ ਕਰੀਆਂ ਸੀ ਲਾਸਟ ਈਅਰ। ਸਾਡੇ ਪੁਰਾਣੇ ਪ੍ਰਿੰਸੀਪਲ ਜਿਹੜੇ ਹੈਗੇ ਮੈਡਮ ਸੰਗੀਤਾ ਹਾਂਡਾ ਜੀ ਬਾਰੇ, ਉਹਨਾਂ ਦੇ ਸਮੇਂ ਦੌਰਾਨ ਕਾਫੀ ਵਿੱਤੀ ਬੇਨੀਮੀਆਂ ਹੋਈਆਂ। ਅਸੀਂ ਉਹਦੇ ਬਾਰੇ ਸ਼ਿਕਾਇਤਾਂ ਕੀਤੀਆਂ, ਅਸੀਂ ਉਚੇਰੀ ਸਿੱਖਿਆ ਵਿਭਾਗ ਨੂੰ ਵੀ ਕੀਤੀਆਂ, ਅਸੀਂ ਸੈਕਟਰੀ ਸਾਹਿਬ ਨੂੰ ਵੀ ਕਰੀਆਂ, ਅਸੀਂ ਐਜੂਕੇਸ਼ਨ ਮਿਨਿਸਟਰ ਜੀ ਨੂੰ ਵੀ ਕਰੀਆਂ, CM ਆਫਿਸ ਵੀ ਭੇਜੀਆਂ ਕੰਪਲੇਂਟਸ, ਤੇ ਅਸੀਂ ਵਿਜੀਲੈਂਸ ਬਿਊਰੋ ਨੂੰ ਵੀ ਭੇਜੀਆਂ ਹੈਗੀਆਂ ਸਾਰੀਆਂ ਕੰਪਲੇਂਟਸ। ਲੇਕਿਨ ਉਹਦੇ ਉੱਤੇ ਮਤਲਬ ਸਾਲ ਹੋਣ ਨੂੰ ਆ ਗਿਆ ਹੈਗਾ, ਲਾਸਟ ਜੂਨ 'ਚ ਕਰੀਆਂ ਸੀ ਅਸੀਂ ਕੰਪਲੇਂਟਸ, ਤੇ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਜੀ। ਇਨਫੈਕਟ 3 ਬੰਦਿਆਂ 'ਤੇ ਅਸੀਂ ਸ਼ੱਕ ਜ਼ਾਹਿਰ ਕੀਤਾ ਸੀ ਜਿਹੜੇ ਮੇਨ ਫਾਈਨੈਂਸ ਦੇ ਅਹੁਦੇ ਸੰਭਾਲਦੇ ਸੀਗੇ ਉਸ ਸਮੇਂ ਦੌਰਾਨ। ਇੱਕ ਸਾਡੇ ਮੈਡਮ ਜਿਹੜੇ ਸੀਗੇ ਆਪ ਹੀ ਪ੍ਰਿੰਸੀਪਲ ਮੈਡਮ, ਦੂਜੇ ਉਸ ਟਾਈਮ ਸਾਡੇ ਬਰਸਰ ਹੈ ਕਾਲਜ ਦੇ ਜਿਹੜੇ ਅੰਮ੍ਰਿਤ ਸਮਰਾ ਸਰ, ਤੇ ਤੀਸਰੇ ਜੀ ਸਾਡੇ HEIS ਹਾਇਰ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਸੈਕਟਰੀ ਹੈ ਮਿਸਟਰ ਰੇਖੀ, ਜਿਹੜੇ HEIS ਦਾ ਸਾਰੇ ਫਾਈਨੈਂਸ ਸੰਭਾਲਦੇ ਸੀ। ਅਸੀਂ ਇਹਨਾਂ ਤਿੰਨਾਂ ਦੇ ਬਾਰੇ ਸ਼ਿਕਾਇਤਾਂ ਕਰੀਆਂ ਸੀਗੀਆਂ। ਔਰ ਹੈਰਾਨੀ ਦੀ ਗੱਲ ਇਹ ਹੈ ਸਰ, ਇੰਨੀ ਕੰਪਲੇਂਟ ਹੋਣ ਤੋਂ ਬਾਅਦ ਵੀ ਸਿਰਫ ਵਿਜੀਲੈਂਸ ਬਿਊਰੋ ਨੇ ਥੋੜ੍ਹਾ ਜਿਹਾ ਮਤਲਬ ਕਾਰਵਾਈ ਸ਼ੁਰੂ ਵੀ ਕਰਤੀ, ਸਾਡੇ ਬਿਆਨ ਵੀ ਹੋਏ ਉਹਨਾਂ ਕੋਲੇ, ਲੇਕਿਨ ਹਜੇ ਤੱਕ ਵੀ ਉਹ ਬੰਦੇ ਉਸੇ ਅਹੁਦੇ 'ਤੇ ਬੈਠੇ ਆ। ਔਰ ਸਾਨੂੰ ਤਾਂ ਇਹ ਸ਼ੰਕਾ ਹੈ ਵੀ ਹੁਣ ਤੱਕ ਉਹਨਾਂ ਨੇ ਕਾਫੀ ਰਿਕਾਰਡ ਨਾਲ ਵੀ ਤੋੜ ਮਰੋੜ ਕਰ ਲਈ ਹੋਊਗੀ ਜੀ, ਜਦਕਿ ਕਾਨੂੰਨ ਇਹੀ ਬਣਦਾ ਸੀ ਵੀ ਜਦੋਂ ਇਨਕੁਆਇਰੀ ਸਟਾਰਟ ਹੋ ਗਈ ਬੰਦਿਆਂ ਨੂੰ ਉਹ ਅਹੁਦੇ ਤੋਂ ਉਤਾਰ ਦਿੱਤਾ ਜਾਵੇ ਜੇ ਕਾਲਜ 'ਚੋਂ ਨਹੀਂ ਵੀ ਬਦਲਿਆ। ਤੇ ਨਾ ਤਾਂ ਬੰਦਿਆਂ ਨੂੰ ਕਾਲਜ 'ਚੋਂ ਬਦਲਿਆ ਗਿਆ, ਨਾ ਹੀ ਉਹਨਾਂ ਦੀ ਉਸ ਅਹੁਦੇ ਤੋਂ ਉਤਾਰਿਆ ਗਿਆ। ਔਰ ਪਿਛਲੇ ਮਹੀਨੇ ਉਹਨਾਂ ਨੂੰ ਉਤਾਰਿਆ 11 ਮਹੀਨੇ ਬਾਅਦ ਜੀ। ਮਤਲਬ ਕਿ 11 ਮਹੀਨੇ ਦਾ ਮੌਕਾ ਦਿੱਤਾ ਗਿਆ ਵੀ ਤੁਸੀਂ ਜੇ ਕਾਗਜ਼ਾਂ ਦੇ ਨਾਲ ਮੈਨੀਪੂਲੇਸ਼ਨ ਕਰਨੀ ਹੈ ਤੇ ਤੁਸੀਂ ਛੇੜਛਾੜ ਕਰਨੀ ਹੈ, ਤੁਸੀਂ ਕਰ ਲਓ। ਹੋ ਸਕਦਾ ਸਰ, ਇਹੀ ਰੀਜ਼ਨ ਹੋ ਸਕਦਾ ਜੀ, ਅਦਰਵਾਈਜ਼ ਹੋਰ ਕੋਈ ਰੀਜ਼ਨ ਨਹੀਂ ਬਣਦਾ ਹੈਗਾ। ਤੇ ਹੁਣ ਤੱਕ ਜਿਹੜੀ ਤੁਸੀਂ ਕਹਿ ਰਹੇ ਹੋ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ ਜੀ ਵਿਜੀਲੈਂਸ, ਉਹਦੇ ਵਿੱਚੋਂ ਕੁਝ ਨਿਕਲਿਆ ਹੁਣ ਸਿੱਟਾ ਕੋਈ ਹੁਣ ਤੱਕ? ਸਰ ਹਜੇ ਇਨੀਸ਼ੀਅਲ ਸਟੇਜਸ ਦੇ ਉੱਤੇ ਹੈ, ਉਹਦੇ ਵਿੱਚ ਸਾਡੇ ਬਿਆਨ ਹੋ ਗਏ ਹੈਗੇ ਆ ਜੀ, ਤੇ ਵਿਜੀਲੈਂਸ ਡਿਪਾਰਟਮੈਂਟ ਨੇ ਕਾਲਜ ਤੋਂ ਰਿਕਾਰਡ ਤਲਬ ਕਰਾਇਆ ਹੋਇਆ ਕਾਫੀ, ਤੇ ਹੁਣ ਅੱਗੇ ਕਦੋਂ ਉਹਨਾਂ ਨੇ ਰਿਕਾਰਡ ਦਿੱਤਾ ਜਾਂ ਕਦੋਂ ਨਹੀਂ, ਉਹਦੇ ਬਾਰੇ ਹਜੇ ਸਾਨੂੰ ਕੋਈ ਜਾਣਕਾਰੀ। ਤੁਹਾਡੇ ਧਿਆਨ ਵਿੱਚ ਇਹ ਮਾਮਲਾ ਕਦੋਂ ਆਇਆ? ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹਾਂ ਹੋ ਸਕਦਾ ਕਿ ਜਿਹੜੀ ਵਿੱਤੀ ਘੁਟਾਲੇ ਸਾਡੇ ਕਾਲਜ ਦੇ ਵਿੱਚ ਹੋ ਰਹੇ ਹੋਣਗੇ? ਸਰ ਬੇਸਿਕਲੀ ਸ਼ੱਕ 2-3 ਚੀਜ਼ਾਂ ਤੋਂ ਹੁੰਦਾ ਹੈ। ਇੱਕ ਤਾਂ ਕਿੰਨੀ ਦੇਰ ਤੋਂ ਸਾਡੇ ਸਟੂਡੈਂਟਸ ਦੀ PTA ਫੰਡ ਹੁੰਦਾ, ਇੱਕ ਉਹ 500 ਰੁਪਏ ਲਿੱਤਾ ਜਾ ਰਿਹਾ ਸੀ ਬੱਚਿਆਂ ਤੋਂ, ਤੇ ਸਾਡੇ ਗਰੀਬ ਕਾਲਜ 'ਚ ਜ਼ਿਆਦਾਤਰ ਗਰੀਬ ਬੱਚੇ ਹੈ, ਰਿਜ਼ਰਵ ਕੈਟੇਗਰੀ ਜਾਂ ਰੂਰਲ ਬੈਕਗਰਾਊਂਡ ਤੋਂ ਬੱਚੇ ਹੈ, ਤੇ ਉਹਨਾਂ ਲਈ ਜ਼ਿਆਦਾ ਫੀਸ ਦੇਣਾ ਪੋਸੀਬਲ ਨਹੀਂ ਹੁੰਦਾ। ਤੇ ਇਸ ਕਰਕੇ ਸਾਡੇ ਜ਼ਿਆਦਾਤਰ ਮਤਲਬ ਸਰਕਾਰੀ ਕਾਲਜ ਦਾ ਫਾਇਦਾ ਇਹੀ ਹੁੰਦਾ ਵੀ ਇੱਥੇ ਫੀਸ ਘੱਟ ਹੁੰਦੀ ਹੈ। ਪਹਿਲਾਂ ਜਦੋਂ ਸਕਾਲਰਸ਼ਿਪ SC ਬੱਚਿਆਂ ਨੂੰ ਮਿਲਦੀ ਸੀ ਤਾਂ ਉਹਨਾਂ ਦੀ ਫੀਸ ਸਿਰਫ 500 ਰੁਪਏ ਲੱਗਦੀ ਸੀ, ਲੇਕਿਨ ਸੰਗੀਤਾ ਹਾਂਡਾ ਮੈਡਮ ਦੇ ਆਉਣ ਤੋਂ ਬਾਅਦ ਫੀਸ ਉਹ ਵਧਾ ਦਿੱਤੀ ਗਈ। ਪਿਛਲੇ ਸਾਲ ਉਹ ਫੀਸ
500 ਦੀ ਜਗ੍ਹਾ 1500 ਕਰਤਾ ਤੇ ਨਾਲ ਸਿਕਿਉਰਿਟੀ ਫੰਡ ਲਾ ਕੇ ਐਸਸੀ ਸਟੂਡੈਂਟਸ ਤੇ 3500 ਰੁਪਏ ਦਾ ਬੋਝ ਪਾ ਦਿੱਤਾ ਗਿਆ ਜੀ। ਨਹੀਂ, ਜਿਹੜੀ ਇਹ ਫੀਸ ਵਧਾਈ ਜਾਂਦੀ ਹੈ ਇਹਦੇ ਉੱਤੇ ਸਿਰਫ ਕਾਲਜ ਹੀ ਕਰ ਸਕਦਾ ਹੈ ਜਾਂ ਫਿਰ ਸਰਕਾਰ ਵੀ ਕੁਝ ਇਹਦੇ ਵਿੱਚ ਆਪਣਾ ਰੋਲ ਜਾਂ ਐਜੂਕੇਸ਼ਨ ਡਿਪਾਰਟਮੈਂਟ ਵੀ ਆਪਣਾ ਕੁਝ ਆਰਡਰ ਜਾਰੀ ਕਰ ਸਕਦੇ ਨੇ? ਸਰਕਾਰ ਵੱਲੋਂ ਵੀ ਹਦਾਇਤਾਂ ਹੈਗੀਆਂ ਤੇ ਲੇਕਿਨ ਪੀਟੀਏ ਫੰਡ ਦਾ ਇਹ ਹੁੰਦਾ ਵੀ ਜਿਹੜੀ ਪੀਟੀਏ ਇਹਨਾਂ ਦੀ ਐਸੋਸੀਏਸ਼ਨ ਹੁੰਦੀ ਹੈ, ਪੇਰੈਂਟ ਟੀਚਰ ਐਸੋਸੀਏਸ਼ਨ, ਉਹ ਆਪਣੇ ਜਨਰਲ ਬਾਡੀ ਦੀ ਮੀਟਿੰਗ ਕਰਕੇ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਵਧਾ ਸਕਦੇ ਨੇ। ਲੇਕਿਨ ਅਜਿਹੀ ਕੋਈ ਮੀਟਿੰਗ ਹੋਈ ਜਨਰਲ ਮੀਟਿੰਗ? ਨਹੀਂ ਸਰ, ਇਹ ਜੀ ਕੋਈ ਮੀਟਿੰਗ ਨਹੀਂ ਹੋਈ, ਆਪਣਾ ਹੀ ਮਤਾ ਪਾ ਕੇ ਇਹ ਕਰ ਲਈ ਗਈ। ਜਨਰਲ ਬਾਡੀ ਦੀ ਮੀਟਿੰਗ ਸਾਡੇ ਨੋਟਿਸ 'ਚ ਕੋਈ ਨਹੀਂ ਹੈਗੀ ਜਿਹੜੀ ਹੋਈ ਹੋਵੇ ਜੀ। ਮਤਲਬ ਕਿ ਆਪਣੇ ਪੱਧਰ ਤੇ ਇਹਨਾਂ ਨੇ ਫੀਸਾਂ 'ਚ ਵਾਧਾ ਕੀਤਾ। ਹਾਂਜੀ, ਔਰ ਸਭ ਨਾਲੋਂ ਵੱਡੀ ਗੱਲ ਜੀ ਸਾਨੂੰ ਕਿਤੋਂ ਬੁਰਾ ਲੱਗਿਆ ਵੀ ਸਾਡੇ ਇੱਕ ਜਿਹੜੀ HEIS ਸੁਸਾਇਟੀ ਹੈ, ਹਾਇਰ ਐਜੂਕੇਸ਼ਨ ਸੁਸਾਇਟੀ ਦਾ PTA ਦੇ ਨਾਲ ਕੋਈ ਲਾਗਾ ਤੇਗਾ ਨਹੀਂ ਹੈਗਾ, ਕਿਉਂਕਿ ਹਾਇਰ ਐਜੂਕੇਸ਼ਨ ਦੇ ਸਾਰੇ ਟੀਚਰਸ ਤੇ ਜਿੰਨੇ ਵੀ EMPLOYE ਨੇ ਉਹਨਾਂ ਨੇ ਹਾਇਰ ਐਜੂਕੇਸ਼ਨ 'ਚੋਂ ਹੀ ਰੱਖਣੇ ਨੇ। ਫਿਰ ਵੀ ਹਾਇਰ ਐਜੂਕੇਸ਼ਨ ਦੇ ਸਟੂਡੈਂਟਸ ਤੋਂ ਵੀ ਪਿਛਲੇ ਸਮੇਂ ਦੌਰਾਨ ਇਹ 1500 ਰੁਪਏ ਵਸੂਲੇ ਗਏ ਜੀ, ਜੋ ਕਿ ਬਿਲਕੁਲ ਨਹੀਂ ਬਣਦੇ ਸੀਗੇ ਜੀ। ਉਹ ਸਿੱਧਾ ਸਟੂਡੈਂਟਸ ਦੇ ਉੱਤੇ ਬੋਝ ਪਾਇਆ ਗਿਆ ਜੀ। ਤੇ ਤੁਸੀਂ ਸਿੱਧੀ ਹੀ ਕੰਪਲੇਂਟ ਵਿਜੀਲੈਂਸ ਨੂੰ ਲਿਖੀ ਜਾਂ ਤੁਸੀਂ ਹੁਣ ਤੱਕ ਕਿੱਥੇ ਕੰਪਲੇਂਟਸ ਤੁਸੀਂ ਦੇ ਚੁੱਕੇ ਹੋ? ਸਰ ਪਹਿਲਾਂ ਅਸੀਂ ਕਾਲਜ ਲੈਵਲ ਤੇ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਜੀ, ਔਰ ਉਸੇ ਪ੍ਰਿੰਸੀਪਲ ਨਾਲ ਜਿਨ੍ਹਾਂ ਤੇ ਤੁਹਾਨੂੰ ਸ਼ੱਕ ਸੀ? ਹਾਂਜੀ, ਕਿਉਂਕਿ ਸਾਡਾ ਫਰਜ਼ ਬਣਦਾ ਜੀ ਪਹਿਲਾਂ ਅਸੀਂ ਆਪਣੇ ਹੈੱਡ ਨਾਲ ਗੱਲ ਕਰੀਏ ਜੀ। ਉਹਦਾ ਨਤੀਜਾ ਇਹ ਨਿਕਲਿਆ, ਕਦੇ ਮੰਨਣਗੇ ਨਹੀਂ ਨਾ, ਤੁਸੀਂ ਉਹਨਾਂ ਕੋਲ ਜਾਓਗੇ ਮੈਮ ਤੁਸੀਂ ਚੋਰੀ ਕੀਤੀ ਹੈ, ਮੰਨਣਗੇ ਥੋੜਾ ਕਿ ਹਾਂ ਮੈਂ ਚੋਰੀ ਕੀਤੀ ਹੈ? ਸਰ ਉਦੋਂ ਸਾਨੂੰ ਇਹ ਨਹੀਂ ਪਤਾ ਸੀ ਵੀ ਮੈਡਮ ਵਿੱਚ ਹੈ ਕਿ ਨਹੀਂ, ਸਾਨੂੰ ਤਾਂ ਇਹ ਸੀ ਵੀ ਜਿਹੜੇ ਫਾਈਨੈਂਸ ਦੇ ਮੈਟਰਸ ਡੀਲ ਕਰਦੇ ਆ ਅਸੀਂ ਤਾਂ ਉਹਨਾਂ ਦੇ ਰਿਲੇਟਡ ਕੰਪਲੇਂਟ ਕਰੀ ਸੀ। ਲੇਕਿਨ ਫਿਰ ਉਸ ਤੋਂ ਬਾਅਦ ਸਾਨੂੰ ਹੀ ਟਾਰਗੇਟ ਕਰਨਾ, ਸਾਨੂੰ ਨੋਟਿਸ ਨਿਕਲਣ ਲੱਗ ਗਏ ਜੀ। ਸਾਨੂੰ ਮਤਲਬ ਧਮਕੀਆਂ ਆਉਣ ਲੱਗੀਆਂ ਵੀ ਤੁਸੀਂ ਆਪਣੇ ਭਵਿੱਖ ਦਾ ਸੋਚੋ, ਤੁਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ, ਮਤਲਬ ਇਸ ਤਰ੍ਹਾਂ ਦੀਆਂ। ਸੱਚ ਨਾ ਬੋਲੋ, ਮੁੱਕਦੀ ਗੱਲ ਹੈ, ਸੱਚ ਨਾ ਬੋਲੋ ਤੁਸੀਂ। ਬਿਲਕੁਲ। ਔਰ ਤੇ ਮਤਲਬ ਕੱਢਣ ਦੀਆਂ ਵੀ ਧਮਕੀਆਂ ਮਿਲੀਆਂ ਸਾਨੂੰ ਵੀ ਤੁਹਾਨੂੰ ਅਸੀਂ 3 ਨੋਟਿਸ ਕੱਢ ਕੇ ਕੱਢ ਦੇਣਾ ਜੀ। ਉਦੋਂ ਤੁਹਾਡੇ ਦਿਮਾਗ 'ਚ ਖਣਕੀ ਗੱਲ ਵੀ ਅਸੀਂ ਤਾਂ ਪ੍ਰਿੰਸੀਪਲ ਮੈਮ ਨੂੰ ਦੱਸੀ ਸੀਗੀ, ਇਹ ਫਿਰ ਸਾਨੂੰ ਹੁਣ ਧਮਕੀਆਂ ਕਿਉਂ ਆ ਰਹੀਆਂ? ਉਹੀ ਖਣਕੀ ਫਿਰ ਅਸੀਂ RTIਆਂ ਪਾਈਆਂ 1-2 ਵੀ ਚਲੋ ਇਨਫੋਰਮੇਸ਼ਨ ਹੋਵੇ ਤਾਂ ਆਪਾਂ ਪ੍ਰੋਪਰ ਕਰੀਏ, ਹੈ ਨਾ। ਤੇ ਫਿਰ ਜਦੋਂ RTIs ਪਾਈਆਂ ਤਾਂ ਸਾਨੂੰ RTIs ਦਾ ਜਵਾਬ ਮਿਲਿਆ ਵੀ HEIS ਦੇ ਵਿੱਚ RTI ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਇਹ ਇੱਕ ਪ੍ਰਾਈਵੇਟ ਅਦਾਰਾ ਹੈ। ਜਦ ਕਿ ਸਰ ਮੈਨੂੰ ਇਹ ਨਹੀਂ ਸਮਝ ਆਉਂਦਾ, ਜਿਹੜਾ ਅਦਾਰਾ ਕਾਲਜ ਕੈਂਪਸ ਦੇ ਵਿੱਚੋਂ ਚੱਲ ਰਿਹਾ ਹੋਏ, ਸਰਕਾਰੀ ਕਾਲਜ ਦੇ, ਜਿਹਦੇ ਨੁਮਾਇੰਦੇ ਜਿਹੜੇ ਕਿ ਚੇਅਰਪਰਸਨ ਹੋ ਗਏ ਜਾਂ BOG ਹੋ ਗਏ, ਉਹਦੇ ਵਿੱਚ ਕਾਲਜ ਦੇ ਰੈਗੂਲਰ ਟੀਚਰਸ ਹੋਣ ਸਾਰੇ, ਠੀਕ ਹੈ, ਔਰ ਜਿੰਨੇ ਵੀ ਪੈਸੇ ਨੇ ਸਟੂਡੈਂਟਸ ਦਾ ਪੈਸਾ, ਆਮ ਜਨਤਾ ਦਾ ਪੈਸਾ ਇਹਦੇ ਵਿੱਚ ਲੱਗ ਰਿਹਾ ਹੋਵੇ, ਫਿਰ ਇਹ ਪ੍ਰਾਈਵੇਟ, ਫਿਰ ਇਹ RTI ਦੇ ਦਾਇਰੇ ਤੋਂ ਬਾਹਰ ਕਿਵੇਂ ਹੋ ਗਿਆ? ਮੇਰੀ ਸਮਝ ਤੋਂ ਬਾਹਰ ਸੀ ਜੀ ਇਹ ਗੱਲ। ਇਹੀ ਫਿਰ ਜਦੋਂ ਅਸੀਂ ਚੀਜ਼ਾਂ ਦਾ ਪੜਤਾਲ ਕਰਨੀ ਸ਼ੁਰੂ ਕੀਤੀ, ਫਿਰ ਸਾਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ ਵੀ ਹੋ ਸਕਦਾ ਜਿਹਦੇ ਵਿੱਚ ਅੰਦੇਸ਼ਾ ਜਤਾਇਆ ਜਾ ਸਕਦਾ ਵੀ ਕੁਛ ਨਾ ਕੁਛ ਬੇਨਿਯਮੀਆਂ ਹੈਗੀਆਂ, ਜੋ ਕਿ HEIS ਦੇ ਵਿੱਚ ਜ਼ਿਆਦਾ ਹੋਣ ਦੇ ਚਾਂਸਿਸ ਹੈ, ਕਿਉਂਕਿ HEIS ਦਾ ਫੰਡ ਕਦੀ ਵੀ ਸਰਕਾਰੀ ਆਡਿਟ ਨਹੀਂ ਹੋਇਆ ਹੈਗਾ। ਇਹ ਕਾਲਜ ਵੈਸੇ ਸਰਕਾਰੀ ਕਾਲਜ ਹੈਗਾ, ਇਹਦਾ ਮਤਲਬ ਕਿ ਆਡਿਟ ਹੋਣਾ ਬਣਦਾ ਹੈ, ਹਰ ਸਾਲ ਹੁੰਦਾ ਹੈ ਕਿ ਨਹੀਂ ਹੁੰਦਾ? ਸਰ 2 ਫੰਡ ਹੁੰਦੇ ਨੇ, 2 ਤਰ੍ਹਾਂ ਦੇ ਕਾਲਜ ਦੇ ਵਿੱਚ ਪਾਰਟੀਆਂ ਚੱਲਦੀਆਂ ਨੇ। ਇੱਕ ਹੈਗਾ PTA ਤੇ ਨਾਰਮਲ ਰੈਗੂਲਰ ਕੋਰਸ, ਇੱਕ ਹੈਗੇ ਹਾਇਰ ਐਜੂਕੇਸ਼ਨ ਇੰਸਟੀਚਿਊਟ, ਜੋ ਕਿ ਕੈਪਟਨ ਸਰਕਾਰ ਨੇ ਪਿਛਲੇ ਸਮੇਂ ਦੌਰਾਨ PHES ਦੇ ਅੰਡਰ ਬਣਾਏ ਸੀਗੇ ਜੀ। PHES ਦੇ ਅੰਡਰ ਬਣਾਉਣ ਤੋਂ ਬਾਅਦ ਉਹ ਸਰਕਾਰ ਦੇ ਜਾਣ ਤੋਂ ਬਾਅਦ ਸਾਰਾ ਕੰਟਰੋਲ ਇੰਡੀਵਿਜੂਅਲੀ ਕਾਲਜ ਲੈਵਲ ਤੇ ਜਿਹੜੇ ਅਥਾਰਟੀਜ਼ ਸੀ ਉਹਨਾਂ ਕੋਲ ਚਲਾ ਗਿਆ ਜੀ, ਔਰ ਇਹਦਾ ਕੋਈ ਸੈਂਟਰਲ ਕੰਟਰੋਲ ਨਹੀਂ ਬਚਿਆ। ਇਸੇ ਕਰਕੇ ਅਲੱਗ-ਅਲੱਗ ਕਾਲਜ ਦੇ ਵਿੱਚ ਅਲੱਗ-ਅਲੱਗ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਇਹਦੇ 'ਚ, ਔਰ ਤਾਂ ਹੀ ਕਰਕੇ ਇਹਦੇ ਤੇ ਕਦੀ ਅੱਜ ਤੱਕ ਸਰਕਾਰੀ ਆਡਿਟ ਨਹੀਂ ਹੋਇਆ ਜੀ। ਤੁਹਾਨੂੰ ਕਦੀ ਇਹ ਲੱਗਦਾ ਹੈ ਵੀ ਕਿਉਂਕਿ ਕਈ ਅਧਿਕਾਰੀ ਇੱਥੋਂ ਪੜ੍ਹ ਕੇ ਗਏ ਨੇ, ਹੋ ਸਕਦਾ ਚਿੱਠੀਆਂ ਉੱਥੇ ਵੀ ਰੁਕਦੀਆਂ ਹੁਣ ਜਾ ਕੇ? ਸਰ ਉਲਟਾ ਸਾਨੂੰ ਤਾਂ ਇਹ ਉਮੀਦ ਸੀ ਵੀ ਇੰਨੇ ਅਧਿਕਾਰੀ ਸਾਡੇ ਇੱਥੋਂ ਪੜ੍ਹ ਕੇ ਗਏ ਨੇ, ਆਪਣੇ ਕਾਲਜ 'ਚ ਇਹੋ ਜਿਹੀ ਚੀਜ਼ ਹੁੰਦਾ ਹੋਇਆ ਦੇਖ ਕੇ ਕੁਝ ਮਤਲਬ ਵਧੀਆ ਸਟੈਪ ਲੈਣਗੇ ਵੀ ਅੱਗੇ ਤੋਂ ਇਹੋ ਜਿਹੀ ਚੀਜ਼ ਨਾ ਹੋਵੇ, ਲੇਕਿਨ ਹਜੇ ਤੱਕ ਤਾਂ ਨਿਰਾਸ਼ਾ ਹੀ ਮਿਲੀ ਹੈ ਸਰ ਹੱਥ। ਤੇ ਕਿਤੇ ਐਂ ਤਾਂ ਨਹੀਂ ਕਿ ਪ੍ਰਿੰਸੀਪਲ ਮੈਡਮ ਦੀ ਪੜ੍ਹੇ ਹੋਏ ਹੋਣ ਅਧਿਕਾਰੀ? ਹੋ ਸਕਦਾ ਜੀ, ਕਿਉਂਕਿ ਅਸੀਂ ਇਹ ਜਿਹੜੀ ਕੰਪਲੇਂਟ ਹੈ ਜੂਨ 2019 ਦੇ ਵਿੱਚ ਪਾਈ ਸੀ। ਉਸ ਸਮੇਂ ਮੈਡਮ ਸੀਮਾ ਜੈਨ ਸੀਗੇ ਜਿਹੜੇ ਸਾਡੇ ਹਾਇਰ ਐਜੂਕੇਸ਼ਨ ਸੈਕਟਰੀ ਸੀਗੇ ਜੀ। ਉਹਨਾਂ ਨਾਲ ਸਾਡਾ ਸਾਰਾ ਅਸੀਂ ਇਹ ਜਿਹੜਾ ਵੀ ਮਸਲਾ ਸੀਗਾ ਇਹ ਸਾਰਾ ਪੂਰੇ ਵਿਸਥਾਰ ਵਿੱਚ ਉਹਨਾਂ ਨਾਲ ਡਿਸਕਸ ਕੀਤਾ ਸੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਜਲਦੀ ਇਸ ਦੇ ਉੱਪਰ ਕੋਈ ਕਾਰਵਾਈ ਕਰਨਗੇ, ਪਰ ਉਹ ਕੁਝ ਸਮਾਂ ਲੰਘਣ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ, ਟਰਾਂਸਫਰ ਹੋ ਗਈ, ਜਿਸ ਤੋਂ ਬਾਅਦ ਇੱਥੇ ਅਨੁਰਾਗ ਵਰਮਾ ਜੀ ਆ ਗਏ। ਫਿਰ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ, ਉਹਨਾਂ ਕੋਲ ਪਹੁੰਚੇ, ਉਹਨਾਂ ਨੂੰ ਪਹੁੰਚ ਕੇ ਉਹਨਾਂ ਨੂੰ ਸਾਰਾ ਮਸਲਾ ਦੱਸਿਆ। ਮਸਲਾ ਦੱਸਣ ਤੋਂ ਬਾਅਦ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ, ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਮੇਰਾ ਇਸ ਕਾਲਜ ਦੇ ਨਾਲ ਬਹੁਤ ਗੂੜੇ ਸੰਬੰਧ ਨੇ ਤੇ ਮੈਂ ਚਾਹਾਂਗਾ ਵੀ ਇਹੋ ਜਿਹਾ ਉੱਥੇ ਕੁਝ ਨਾ ਵਾਪਰੇ। ਪਰ ਕੁਝ ਸਮਾਂ ਲੰਘਣ ਤੋਂ ਬਾਅਦ ਉਹ ਵੀ ਉੱਥੋਂ ਬਦਲ ਗਏ। ਹੁਣ ਉੱਥੇ ਜਿਹੜੇ ਸਾਡੇ ਹਾਇਰ ਐਜੂਕੇਸ਼ਨ ਸੈਕਟਰੀ ਸਾਹਿਬ ਨੇ ਰਾਹੁਲ ਭੰਡਾਰੀ ਜੀ, ਅਸੀਂ ਉਹਨਾਂ ਨੂੰ ਕਈ ਵਾਰ ਮਿਲਣ ਆਏ, ਪਰ ਸਾਡੀ ਇਹ ਬਦਕਿਸਮਤੀ ਕਹਿ ਲਓ
ਜਾਂ ਇਹ ਸਰਕਾਰੀ ਨੁਮਾਇੰਦਿਆਂ ਕੋਲ ਟਾਈਮ ਨਾ ਹੋਣ ਦੀ ਕਮੀ ਕਹਿ ਲਓ ਕਿ ਸਾਨੂੰ ਉਹਨਾਂ ਨੂੰ ਨਾਲ ਇੱਕ ਵਾਰ ਵੀ ਮੁਲਾਕਾਤ ਨਹੀਂ ਹੋਈ, ਜਿਸ ਦਾ ਫਿਰ ਅਸੀਂ ਰਾਹ ਲੱਭਿਆ ਕਿ ਅਸੀਂ ਉਹਨਾਂ ਨੂੰ ਈਮੇਲ ਦੁਆਰਾ ਅਤੇ ਰਜਿਸਟਰਡ ਪੋਸਟ ਦੁਆਰਾ ਇਸ ਸਾਰੇ ਮਸਲੇ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਨ ਲਈ ਬੇਨਤੀ ਕੀਤੀ। ਪਰ 1 ਸਾਲ ਲੰਘ ਜਾਣ ਦੇ ਬਾਵਜੂਦ ਹਜੇ ਤੱਕ ਜੇ ਅਸੀਂ ਕਹੀਏ ਕਿ ਸਰਕਾਰ ਸੁੱਤੀ ਪਈ ਹੈ, ਸਾਡੇ ਹਾਇਰ ਐਜੂਕੇਸ਼ਨ ਸੈਕਟਰੀ ਸਾਹਿਬ ਸੁੱਤੇ ਪਏ ਨੇ, ਤੇ ਉਹ ਜੋ ਜਿਨ੍ਹਾਂ ਦੇ ਖਿਲਾਫ ਅਸੀਂ ਇਹ ਕੰਪਲੇਂਟਾਂ ਕੀਤੀਆਂ ਨੇ ਉਹ ਆਪਣੀਆਂ ਮਨਮਰਜ਼ੀਆਂ ਉਸੇ ਤਰ੍ਹਾਂ ਨਾਲ ਉਸ ਸੰਸਥਾ ਦੇ ਵਿੱਚ ਚਲਾ ਰਹੇ ਨੇ। ਭਾਈ ਤੁਸੀਂ ਸਰਕਾਰੀ ਮੁਲਾਜ਼ਮ ਹੋ ਜਾਂ ਕੰਟਰੈਕਚੁਅਲ ਹੋ? ਨਹੀਂ, ਅਸੀਂ ਕੰਟਰੈਕਚੁਅਲ ਹਾਂ ਜੀ। ਅਸੀਂ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਅੰਡਰ ਰੱਖੇ ਹੋਏ ਹਾਂ। ਤੁਹਾਨੂੰ ਕਿੰਨਾ ਟਾਈਮ ਹੋਇਆ ਮਹਿੰਦਰਾ ਕਾਲਜ? ਮੈਨੂੰ 5 ਸਾਲ ਹੋ ਗਏ ਨੇ ਜੀ। 5 ਸਾਲਾਂ ਦੇ ਵਿੱਚ ਵਿਚਾਲੇ ਤੁਸੀਂ ਇਹ ਚੀਜ਼ ਫੜੀ ਜਿਹੜੇ ਵਿੱਤੀ ਘੁਟਾਲਾ ਉੱਥੇ ਹੋ ਰਿਹਾ ਹੈ, ਤਾਂ ਜਿਹੜੇ ਉੱਥੇ ਪਹਿਲਾਂ ਹੀ ਸਰਕਾਰੀ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਜਾਂ ਹੋਰ ਸਟਾਫ ਹੈ ਉਹਨਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਪਤਾ ਲੱਗੀਆਂ? ਇਹ ਹੁਣ ਉਹੀ ਦੱਸ ਸਕਦੇ ਨੇ ਜੀ, ਜਾਂ ਇੱਕ ਉਹਨਾਂ ਨੂੰ ਕੋਈ ਡਰ ਹੈ ਕਿ ਉਹ ਸਰਕਾਰੀ ਮੁਲਾਜ਼ਮ ਨੇ। ਦੋ ਹੀ ਕੰਡੀਸ਼ਨਸ ਹੋ ਸਕਦੀਆਂ। ਜਿਵੇਂ ਜੋਸ਼ੀ ਜੀ ਨੇ ਦੱਸਿਆ ਵੀ ਤੁਹਾਨੂੰ ਧਮਕੀਆਂ ਵੀ ਹੁਣ ਆ ਰਹੀਆਂ ਨੇ, ਤੁਹਾਨੂੰ ਵੀ ਧਮਕੀਆਂ ਆਈਆਂ? ਬਿਲਕੁਲ ਆ ਰਹੀਆਂ ਨੇ ਜੀ। ਸਾਨੂੰ ਸਾਡੇ ਸੀਨੀਅਰ ਸਟਾਫ ਵੱਲੋਂ ਵੀ ਕਿਹਾ ਜਾਂਦਾ ਹੈ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ, ਤੁਸੀਂ ਚੁੱਪ ਕਰ ਜਾਓ, ਤੁਸੀਂ ਆਪਣੇ ਕੰਪਲੇਂਟਸ ਵਾਪਸ ਲੈ ਲਓ, ਕੁਝ ਨਹੀਂ ਨਿਕਲਣਾ, ਤੁਹਾਡਾ ਭਵਿੱਖ ਅੱਗੇ ਪਿਆ, ਤੁਸੀਂ ਅਜੇ ਲੰਮਾ ਸਮਾਂ ਨੌਕਰੀ ਕਰਨੀ ਹੈ। ਪਰ ਜਦੋਂ ਅਸੀਂ ਗਰੀਬ ਬੱਚਿਆਂ ਵੱਲ ਦੇਖਦੇ ਹਾਂ, ਉਹਨਾਂ ਦੇ ਪਰਿਵਾਰਾਂ ਵੱਲ ਦੇਖਦੇ ਹਾਂ, ਸਾਡੇ ਕੋਲ ਆ ਕੇ ਉਹਨਾਂ ਦੇ ਪੇਰੈਂਟਸ ਬੇਨਤੀਆਂ ਕਰਦੇ ਨੇ ਕਿ ਅਸੀਂ ਇੰਨੀ ਕੱਟੀ ਫੀਸ ਨਹੀਂ ਭਰ ਸਕਦੇ, ਤਾਂ ਇੱਥੋਂ ਤੱਕ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਈ ਵਾਰ ਤਾਂ ਸਾਡੇ ਬਾਹਰ ਕਈ ਜਿਵੇਂ ਕਹਿ ਦਈਏ ਵੀ ਕਈ ਸੰਸਥਾਵਾਂ ਨਾਲ ਵੀ ਗੱਲ ਕੀਤੀ ਕਿ ਗਰੀਬ ਬੱਚਿਆਂ ਦੀ ਫੀਸ ਭਰ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਸਾਲ ਨਾ ਖਰਾਬ ਹੋਵੇ। ਪਰ ਉਹਨਾਂ ਉੱਤੇ ਇੱਕੋ ਦਮ 500 ਤੋਂ ਵੱਧ 3500 ਰੁਪਇਆ ਪਾਉਣਾ ਤੇ ਉਹਨਾਂ ਨੂੰ ਪੇਪਰ ਤੋਂ ਕੁਝ ਦਿਨ ਪਹਿਲਾਂ ਦੱਸਣਾ ਵੀ ਤੁਸੀਂ 3500 ਰੁਪਇਆ ਭਰੋ, ਤਾਂ ਉੱਥੇ ਫਿਰ ਇਹ ਇੱਕ ਸਵਾਲ ਖੜੇ ਹੁੰਦੇ ਨੇ ਕਿ ਉਹ ਗਰੀਬ ਬੰਦਾ ਕਿੱਥੋਂ ਭਰੂਗਾ। ਫਿਰ ਤੁਹਾਨੂੰ ਕਦੇ ਇਹ ਨਹੀਂ ਲੱਗਦਾ ਵੀ ਜਿਹੜੇ ਸੀਨੀਅਰਸ ਨੇ ਹੋ ਸਕਦਾ ਹੈ ਕਿ ਇਹ ਚੁੱਪਚਾਪ ਬੈਠੇ ਰਹੇ, ਇਹ ਸਹਿਣ ਕਰਦੇ ਰਹੇ ਜੋ ਵੀ ਇੱਥੇ ਗੜਬੜ ਹੁੰਦੀ ਰਹੀ, ਦੇਖਦੇ ਰਹੇ, ਬੋਲੇ ਨਹੀਂ ਕਦੇ, ਤੇ ਹੁਣ ਸਾਨੂੰ ਵੀ ਇਹੀ ਸਿਖਾ ਰਹੇ ਨੇ ਵੀ ਚੁੱਪ ਹੋ ਜਾਓ, ਸੱਚ ਨਾ ਬੋਲੋ? ਤੁਸੀਂ ਕਦੀ ਉਹਨਾਂ ਨੂੰ ਠੋਰਨ ਦੀ ਕੋਸ਼ਿਸ਼ ਨਹੀਂ ਕੀਤੀ? ਤੁਸੀਂ ਵੀ ਉੱਠੋ, ਵੀ ਜਾਗੋ। ਨਹੀਂ, ਅਸੀਂ ਤਾਂ 3 ਜਾਣੇ ਆ। ਅਸੀਂ 3 ਜਾਣੇ ਸੋਚ ਕੇ ਤੁਰੇ ਸੀਗੇ ਅਸੀਂ ਸੱਚ ਦੀ ਰਾਹ ਤੇ ਚੱਲਣਾ ਹੈ। ਜਿੰਨਾ ਜੋ ਸਾਡੇ ਨਾਲ ਜੁੜੂਗਾ ਠੀਕ ਹੈ, ਜੇਕਰ ਨਹੀਂ ਵੀ ਜੁੜੂਗਾ ਤਾਂ ਅਸੀਂ 3 ਤਾਂ ਖੜੇ ਹੀ ਹਾਂ। ਬਿਲਕੁਲ, ਬਹੁਤ ਚੰਗੀ ਗੱਲ ਹੈ ਜੀ। ਨੌਜਵਾਨ ਅੱਗੇ ਆ ਕੇ ਨਾਲੇ ਹੋਰ ਵੱਡੀ ਗੱਲ ਤਾਂ ਬਣ ਜਾਂਦੀ ਹੈ ਵੀ ਇਹ ਦੇਖੋ ਸਰਕਾਰੀ ਮੁਲਾਜ਼ਮ ਨਹੀਂ, ਨਾ ਇਹਨਾਂ ਦਾ ਕੋਈ ਫਾਇਦਾ ਹੈ ਵਿੱਚ, ਇਹ ਕੰਟਰੈਕਚੁਅਲ ਨੇ, ਪਰ ਜੋ ਇੱਕ ਜੋ ਮਾਪੇ ਨੇ ਜੋ ਪੈਸੇ ਨਹੀਂ ਭਰ ਸਕਦੇ, ਜੋ ਵਿੱਤੀ ਤੌਰ ਤੇ ਕਮਜ਼ੋਰ ਨੇ, ਜੇ ਉਹਨਾਂ ਬਾਰੇ ਸੋਚ ਰਹੇ ਨੇ, ਬਹੁਤ ਚੰਗੀ ਗੱਲ ਹੈ। ਇਹਨਾਂ ਦੀ ਸੋਚ ਨੂੰ ਵੀ ਮੈਂ ਕਹਾਂਗਾ ਸਲਾਮ ਹੈ। ਭਾਜੀ, ਤੁਹਾਨੂੰ ਕਦੇ ਲੱਗਿਆ ਨਹੀਂ ਵੀ ਅਸੀਂ ਪੰਗਿਆਂ 'ਚ ਪਏ ਹੋਏ ਹਾਂ, ਅਸੀਂ ਐਵੇਂ ਝੰਡਾ ਬੁਲੰਦ ਕੀਤਾ ਹੋਇਆ ਵੀ ਛੱਡ ਦਈਏ, ਛੱਡੋ ਪਰੇ, ਕੀ ਰੱਖਿਆ? ਹੁਣ ਤੱਕ ਤਾਂ ਕੁਝ ਹੋਇਆ ਹੀ ਨਹੀਂ। ਨਹੀਂ ਜੀ, ਅਸਲ ਦੇ ਵਿੱਚ ਅਸੀਂ ਟੀਚਰ ਹਾਂ ਜੀ, ਤੇ ਜਦੋਂ ਅਸੀਂ ਸੁਸਾਇਟੀ ਵੱਲ ਦੇਖਦੇ ਹਾਂ ਇੱਥੇ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ, ਤੇ ਮਹਿੰਦਰਾ ਕਾਲਜ ਦਾ ਇਹ ਇਤਿਹਾਸ ਰਿਹਾ ਕਿ ਇਹ ਰੂਰਲ ਏਰੀਆ ਦੇ ਬੱਚਿਆਂ ਨੂੰ ਜ਼ਿਆਦਾ ਐਬਜ਼ੋਰਬ ਕਰਦਾ ਤੇ ਰਿਜ਼ਰਵ ਕੈਟਾਗਰੀ ਦੇ ਬੱਚਿਆਂ ਨੂੰ ਜ਼ਿਆਦਾ ਐਬਜ਼ੋਰਬ ਕਰਦਾ, ਕਿਉਂਕਿ ਇੱਥੇ ਇੱਕ ਇਕਨੋਮਿਕਲ ਇਨਵਾਇਰਨਮੈਂਟ ਹੈਗਾ ਸੀਗਾ ਜੀ। ਬਟ ਹੁਣ ਜਦੋਂ ਇਦਾਂ ਦੀਆਂ ਸਿਚੁਏਸ਼ਨਸ ਪੈਦਾ ਹੋ ਜਾਣ ਤਾਂ ਫਿਰ ਕਿਸੇ ਨਾ ਕਿਸੇ ਨੂੰ ਤਾਂ ਝੰਡਾ ਚੱਕਣਾ ਪਏਗਾ ਜੀ। ਤੇ ਫਿਰ ਜਿਹੜੇ ਟੀਚਰ, ਮੈਂ ਕਹਾਂਗਾ ਜਿਹੜੇ ਟੀਚਰ ਬੱਚਿਆਂ ਨੂੰ ਕਹਿੰਦੇ ਨੇ ਪੜ੍ਹਾ ਕੇ ਵੀ ਤੁਹਾਡਾ ਭਵਿੱਖ ਅਸੀਂ ਚੰਗਾ ਕਰਾਂਗੇ, ਬਸ ਜਦੋਂ ਉਸੇ ਕਾਲਜ ਦੇ ਵਿੱਚ ਟੀਚਰ ਜਾਂ ਪ੍ਰਿੰਸੀਪਲ ਸਾਹਿਬ 'ਤੇ ਇਲਜ਼ਾਮ ਲੱਗ ਰਹੇ ਹੋਣ ਤਾਂ ਉੱਥੇ ਬੱਚਿਆਂ ਦਾ ਭਵਿੱਖ ਤੁਹਾਨੂੰ ਲੱਗਦਾ ਹੈ ਵੀ ਚੰਗਾ ਹੋ ਸਕਦਾ? ਦੇਖੋ ਜੀ, 1-2 ਜਣਿਆਂ ਦੇ ਆਉਣ ਨਾਲ ਤਾਂ ਕੋਈ ਸਾਰਾ ਜਿਹੜਾ ਸਟਾਫ ਹੈਗਾ ਉਹ ਗੰਦਲਾ ਨਹੀਂ ਹੋ ਸਕਦਾ ਹੈਗਾ, ਪਰ ਇੱਕੋ ਜੋ 2 ਜਿਹੜੇ ਆਏ ਨੇ ਉਹਨਾਂ ਨੇ ਦੇਖੋ ਹੁਣ ਜਿਹੜਾ ਜਿਵੇਂ ਬਰਸਰ ਸਾਹਿਬ ਦਾ ਨਾਮ ਲਿਆ ਸੀ ਜੀ ਇਹਨਾਂ ਨੇ, ਉਹ ਜੂਨੀਅਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਵੱਡਾ ਅਹੁਦਾ ਦੇ ਦਿੱਤਾ ਗਿਆ, ਫਾਈਨੈਂਸ਼ੀਅਲ ਮੈਟਰਸ ਦੇ ਦਿੱਤੇ ਕਿ ਜਦੋਂ ਕਿ ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਅਗਲਿਆਂ ਦੀ ਕੋਈ ਮਾਸਟਰੀ ਨਹੀਂ ਹੈਗੀ, ਉਹ ਇੰਗਲਿਸ਼ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੂੰ ਇਕਨੋਮਿਕਸ ਵਗੈਰਾ ਦਾ ਵੀ ਕੁਛ ਇੰਨਾ ਖਾਸ ਪਤਾ ਨਹੀਂ ਹੈਗਾ, ਠੀਕ ਹੈ ਨਾ ਜੀ। ਤੇ ਇਦਾਂ ਦੇ ਉਹਦੇ ਦੇ ਦਿੱਤੇ ਜਾਣ ਤਾਂ ਸ਼ੱਕ ਦੀ ਸੂਈ ਆਪਣੇ ਆਪ ਉਹਨਾਂ 'ਤੇ ਆਉਂਦੀ ਸੀਗੀ। ਤੇ ਰਹੀ ਗੱਲ ਕਿ ਬੱਚਿਆਂ ਦਾ ਭਵਿੱਖ, ਤਾਂ ਜਿੱਥੇ ਸਾਡੇ ਵਰਗੇ ਟੀਚਰ ਹੈਗੇ ਨੇ, ਸਾਡੇ ਨਾਲ ਦੇ ਹੋਰ ਅਧਿਆਪਕ ਹੈਗੇ ਨੇ, ਤਾਂ ਅਸੀਂ ਉਹਨਾਂ ਦਾ ਭਵਿੱਖ ਖਰਾਬ ਨਹੀਂ ਹੋਣ ਦੇਵਾਂਗੇ। ਬਹੁਤ ਚੰਗੀ ਗੱਲ ਹੈ। ਜੋਸ਼ੀ ਜੀ, ਤੁਹਾਨੂੰ ਕਈ ਵਾਰ ਇੱਦਾਂ ਨਹੀਂ ਕਹਿੰਦੇ ਵੀ ਤੁਹਾਡਾ ਕੋਈ ਨਿੱਜੀ ਫਾਇਦਾ ਹੋਣਾ ਵੀ ਤੁਸੀਂ ਤਾਂ ਲੱਗੇ ਹੋਏ ਹੋ? ਸਰ, ਨਿੱਜੀ ਫਾਇਦਾ ਉਹਨਾਂ ਨੂੰ ਕੋਈ ਦਿਖਦਾ ਹੋਵੇ ਤਾਂ ਕਹਿਣ, ਨਿੱਜੀ ਫਾਇਦਾ ਕੀ ਹੋਊਗਾ ਜੀ ਸਾਡਾ। ਅਸੀਂ ਤਾਂ ਹਮੇਸ਼ਾ ਮਤਲਬ ਜਿੱਥੇ ਵੀ ਸਾਡੇ ਬੱਚਿਆਂ ਨੂੰ ਲੋੜ ਹੁੰਦੀ ਹੈ ਅਸੀਂ ਬੱਚਿਆਂ ਦੀ ਰਿਕੁਐਸਟਾਂ ਵਗੈਰਾ ਹੀ ਲੈ ਕੇ ਗਏ, ਅਸੀਂ ਕਦੀ ਆਪਣੇ ਫਾਇਦੇ ਲਈ ਤਾਂ ਅੱਜ ਤੱਕ ਗਏ ਨਹੀਂ ਜੀ। ਤੇ ਰੱਬ ਦੀ ਕਿਰਪਾ ਨਾਲ ਮੇਰੇ ਤਾਂ ਸਾਰੇ ਜਿਹੜੇ ਕਹਿੰਦੇ ਨੇ ਵੀ ਮੇਰੀ ਤਾਂ ਫੈਮਿਲੀ ਸੈੱਟ ਹੈਗੀ ਹੈ, ਜਿੰਨੀ ਕੁ ਹੈ ਆਪਣੀ ਬੈਟਰ ਹੋ ਸਕਦੀ ਹੈ। ਮੈਂ ਤੁਹਾਡੇ ਲਈ ਤਾਂ ਪੰਗਾ ਲੈਣ ਵਾਲੀ ਕੰਮ ਹੈ। ਪੰਗਾ ਹੀ ਹੈ ਜੀ, ਉਹ ਤਾਂ ਹੈ ਹੀ। ਚਲੋ ਹੁਣ ਲੇਕਿਨ ਲੱਤਾ ਹੈ ਜੀ, ਕਿਉਂਕਿ ਫੀਲ ਹੁੰਦਾ ਜੀ ਬਹੁਤ ਜਦੋਂ ਬੱਚੇ ਮਤਲਬ ਤੁਸੀਂ ਮੰਨੋਗੇ ਵੀ ਕੀ ਕਹਿੰਦੇ ਬੱਚੇ ਦੇ ਫਾਦਰ ਜਿਹੜੇ ਦਿਹਾੜੀ ਕਰਦੇ ਨੇ ਹੈ ਨਾ, ਉਹਨਾਂ ਨੂੰ 500 ਰੁਪਏ ਵੀ ਕਈ ਵਾਰੀ ਇੱਕਦਮ ਜੇ ਦੇਣੇ ਪੈ ਜਾਣ ਜੀ, ਨੋ ਡਾਊਟ ਚਲੋ 500 ਰੁਪਏ ਹੁੰਦੇ ਨੇ ਉਹਨਾਂ ਕੋਲ, ਲੇਕਿਨ ਕਈ ਵਾਰੀ ਇੱਕਦਮ ਨਹੀਂ ਦੇ ਪਾਉਂਦੇ ਬੱਚੇ, ਜਾਂ ਉਹਨਾਂ ਨੂੰ ਕਈ ਵਾਰੀ ਇਹ ਫਾਈਨ ਇੰਨਾ ਜ਼ਿਆਦਾ ਲਗਾ ਦਿੱਤਾ ਜਾਂਦਾ ਜੀ, ਫਿਰ ਬੱਚੇ ਆਉਂਦੇ ਨੇ ਵੀ ਸਰ ਸਾਨੂੰ ਦੇ ਦਿਓ, ਅਸੀਂ ਥੋੜ੍ਹੀ ਦੇਰ ਤੱਕ ਦੇ ਦਾਂਗੇ। ਉਹ ਜਿੰਨੀ ਹੁੰਦੀ ਹੈ ਸਰ ਅਸੀਂ ਹੈਲਪ ਕਰੀਦੀ ਹੈ, ਲੇਕਿਨ ਉਹ ਲਿਮਿਟ। ਬਹੁਤ ਚੰਗੀ ਗੱਲ ਹੈ। ਤੇ ਮੈਂ ਕਹਾਂਗਾ ਕੈਮਰਾ ਪਰਸਨ ਇੱਕ ਵਾਰ ਇਹਨਾਂ ਨੌਜਵਾਨ ਪ੍ਰੋਫੈਸਰਾਂ 'ਤੇ ਇੱਕ ਵਾਰ ਕੈਮਰਾ ਘੁਮਾਵੇ, ਤੇ ਇਹ ਜੋ ਮੇਰੇ ਖਿਆਲ ਦੇ ਵਿੱਚ ਜੋ ਮੈਂ ਮੰਨਦਾ ਜੀ ਇੱਕ ਮਿਸਾਲ ਨੇ
ਕਿਉਂਕਿ ਜੇ ਇਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਵਾਜ਼ ਚੁੱਕ ਸਕਦੇ ਨੇ ਤਾਂ ਜਿਹੜੇ ਸਾਡੇ ਦੇਸ਼ ਦੇ ਉਹ ਲੋਕ ਨੇ ਜਿਨ੍ਹਾਂ ਨੂੰ ਸਿਆਸਤਦਾਨ ਕਹਿੰਦੇ ਨੇ, ਲੀਡਰ ਕਹਿੰਦੇ ਨੇ, ਜੋ ਇਹ ਗੱਲ ਕਹਿ ਕੇ ਆਉਂਦੇ ਨੇ ਕਿ ਅਸੀਂ ਸਮਾਜ ਦਾ ਭਲਾ ਕਰਾਂਗੇ, ਫਿਰ ਉਹ ਕਿਉਂ ਸੁੱਤੇ ਪਏ ਨੇ। ਦੂਜੀ ਗੱਲ ਹੋਰ ਵੀ ਹੈ ਕਿ ਕਿਉਂ ਨਾ ਹੁਣ ਸਿਆਸਤ ਦੇ ਵਿੱਚ ਵੀ ਜੋ ਪਹਿਲਾਂ ਜਿਨ੍ਹਾਂ ਨੇ ਮਲਾਈਆਂ ਖਾਈਆਂ ਉਹਨਾਂ ਨੂੰ ਕੱਢੀਏ ਤੇ ਹੁਣ ਜਿਹੜੇ ਸੇਵਾਦਾਰ ਜੋ ਨੌਜਵਾਨ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ। ਲੇਕਿਨ ਵੱਡਾ ਸਵਾਲ ਹੈ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜ ਸਰਕਾਰੀ ਮਹਿੰਦਰਾ ਕਾਲਜ ਪਟਿਆਲੇ ਦਾ, ਜਿੱਥੋਂ ਮੈਂ ਪਹਿਲਾਂ ਵੀ ਕਿਹਾ ਕਈ ਅਜਿਹੇ ਵਿਦਿਆਰਥੀ ਨਿਕਲੇ ਜਿਨ੍ਹਾਂ ਨੇ ਕਾਲਜ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ, ਪਰ ਹੁਣ ਉੱਥੋਂ ਦੇ ਹੀ ਕੁਝ ਅਧਿਆਪਕਾਂ ਤੇ ਜਾਂ ਕਹਿ ਲਓ ਮੁੱਖ ਅਧਿਆਪਕਾਂ ਤੇ ਇਲਜ਼ਾਮ ਲੱਗ ਰਹੇ ਨੇ, ਜੋ ਕਿ ਮੇਰੇ ਖਿਆਲ ਦੇ ਵਿੱਚ ਚੰਗੀ ਗੱਲ ਨਹੀਂ। ਤੇ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਹੈ ਤੇ ਇੱਕੋ ਹੀ ਬੇਨਤੀ ਹੈ ਕਿ ਇਸ ਕਾਲਜ ਦੇ ਵਿੱਚੋਂ ਜੋ ਵੀ ਬੰਦਾ ਵਿੱਤੀ ਘੁਟਾਲਾ ਕਰ ਰਿਹਾ ਹੈ ਜਾਂ ਗੜਬੜ ਕਰਕੇ ਇਸ ਕਾਲਜ ਦਾ ਨਾਮ ਖਰਾਬ ਕਰਨਾ ਚਾਹੁੰਦਾ ਹੈ ਉਸ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।